ਹੈਲੋ ਗਾਇਸ, ਕੀ ਹਾਲ ਹੈ? ਉਹ ਸਾਰੇ ਤੁਸੀਂ ਵਧੀਆ ਹੋਵੋਗੇ। ਮੇਰਾ ਪਪੀ ਪਾਰਕਿੰਗ ਤੇ ਇਹ ਵੀਡੀਓ ਮਤਲਬ ਕਿ ਆਪਣੇ ਬॉयਜ਼ ਹੈਗਾ ਜਿਹੜੇ ਇੰਡੀਆ ਤੋਂ ਆ ਨਾ, ਉਹਨਾਂ ਨੂੰ ਬੜਾ ਇੰਟਰਸਟ ਹੈਗਾ ਕਿ ਅਸੀਂ ਬਾਹਰ ਜਾਣਾ, ਕਿ ਸਾਨੂੰ ਨਾ ਵਰਕ ਪਰਮਿਟ ਤੇ ਬੁਲਾ ਲਓ ਕਿ ਵਰਕ ਪਰਮਿਟ ਇੱਥੇ ਦਾ ਕਿਆ ਪ੍ਰੋਸੈਸ ਹੈਗਾ, ਕਿੰਨੇ ਪੈਸੇ ਲੱਗਦੇ ਆ, ਹੈ ਕਿ ਮੈਂ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਇੱਥੇ, ਬਟ ਉਹ ਸਟੱਡੀ ਬੇਸ ਤੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਕੁਛ ਆਪਣੇ ਇੱਦਾਂ ਹੈਗਾ ਕਿ ਅਸੀਂ ਬਾਹਰ ਦੀ ਸਟੱਡੀ, ਅਗਰ ਅਸੀਂ ਬਾਹਰ ਜਾਵਾਂਗੇ ਉੱਥੇ ਇੰਗਲਿਸ਼ ਵਿੱਚ ਸਾਰਾ ਸਿਲੇਬਸ ਹੁੰਦਾ, ਅਸੀਂ ਕਿਵੇਂ ਗੱਲਬਾਤ ਕਰਾਂਗੇ, ਹੈ ਨਾ। ਕਾਲਜ ਵੀ ਮਤਲਬ ਕਿ ਪੜ੍ਹਾਈ ਵਗੈਰਾ ਕਰਨ ਸਾਰੇ ਇੰਗਲਿਸ਼ ਵਿੱਚ ਸਾਡੇ ਲਈ ਡਿਫੀਕਲਟ ਹੈਗਾ ਨਾ। ਤੇ ਕਈ ਲੋਕ ਆਪਣੇ ਜਿਹੜੇ ਬॉयਜ਼ ਇਸ ਗੱਲ ਤੋਂ ਭੱਜਦੇ ਕਿ ਉਹਨਾਂ ਨੂੰ ਇੱਦਾਂ ਕਿ ਸਾਨੂੰ ਅਗਰ ਸਾਨੂੰ ਵਰਕ ਪਰਮਿਟ ਮਿਲ ਜਾਵੇ ਤਾਂ ਬੈਟਰ ਹੈਗਾ ਦੈਨ ਸਟੱਡੀ ਨਾਲੋਂ। ਕਿ ਮੈਂ ਦੱਸਣਾ, ਅਗਰ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਵਰਕ ਪਰਮਿਟ ਇਸ ਲਈ ਆਣਾ ਕਿਉਂਕਿ ਅਸੀਂ ਸਟੱਡੀ ਨਹੀਂ ਕਰ ਸਕਦੇ, ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗੀ ਤੁਸੀਂ ਵਰਕ ਪਰਮਿਟ ਅਗਰ ਸੋਚ ਰਹੇ ਹੋ ਆਉਣ ਲਈ ਤਾਂ ਵਰਕ ਪਰਮਿਟ ਤੁਸੀਂ ਨਾ ਆਓ ਤਾਂ ਬੈਟਰ ਹੈਗਾ। ਕਿਉਂਕਿ ਵਰਕ ਪਰਮਿਟ ਤਾਂ ਈਜ਼ੀ ਹੈਗਾ ਕਹਿਣਾ ਕਿ ਹਾਂ ਅਸੀਂ ਵਰਕ ਪਰਮਿਟ ਤੇ ਆ ਜਾਂਦਾ, ਬਟ ਇਹ ਵਰਕ ਪਰਮਿਟ ਤੇ ਅਗਰ ਤੁਸੀਂ ਆਉਂਦੇ ਇੰਨਾ ਡਿਫੀਕਲਟ ਕੰਮ ਹੈ, ਇੰਨਾ ਡਿਫੀਕਲਟ, ਤੁਹਾਨੂੰ ਖਾਣ ਦੀ ਟਾਈਮ ਨਹੀਂ ਮਿਲਦਾ, ਰੋਟੀ ਖਾਣ ਲਈ ਤੁਹਾਡੇ ਕੋਲ 20-22 ਘੰਟੇ ਕੰਮ ਕਰਵਾਉਂਦੇ ਆ। ਪਰ ਤੁਹਾਨੂੰ ਇਹ ਕਹਿਣਾ ਸੌਖਾ ਕਿ ਅਸੀਂ ਵਰਕ ਪਰਮਿਟ ਤੇ ਆਏ, ਤੁਸੀਂ 20 ਘੰਟੇ ਲਗਾਤਾਰ ਇੱਕ ਦਿਨ 'ਚ ਕੰਮ ਕਰੋ, ਕਿੰਨਾ ਡਿਫੀਕਲਟ ਹੈ, ਤੁਸੀਂ ਖੁਦ ਸੋਚ ਕੇ ਦੇਖੋ। ਉਹ ਵੀ ਹੁਣ ਇੰਨੀ ਗਰਮੀ ਹੁੰਦੀ ਹੈ, ਇਹਨਾਂ ਨੂੰ ਤੁਸੀਂ ਇੰਨੀ ਘੰਟੇ ਜੇ ਲਗਾਤਾਰ ਕੰਮ ਕਰੋਗੇ ਥਕਾਵਟ ਇੰਨੀ ਹੋ ਜਾਂਦੀ, ਥਕਾਵਟ ਜੇ ਤੁਸੀਂ ਬਿਮਾਰ ਹੋ ਜਾਂਦੇ, ਇਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ, ਤੁਸੀਂ ਬਿਮਾਰ ਸਿੱਖਾ ਨਹੀਂ, ਤੁਸੀਂ ਕੰਮ ਤੇ ਜਾਣਾ ਹੀ ਜਾਣਾ ਹੈਗਾ। ਅਗਰ ਤੁਸੀਂ ਇੰਨੇ 18-19 ਘੰਟੇ ਕੰਮ ਕਰੋ, ਕਿਸ ਟਾਈਮ ਤੁਸੀਂ ਖਾਣਾ ਖਾਓ, ਤੁਹਾਡਾ ਖਾਣਾ ਖਾਣ ਲਈ ਟਾਈਮ ਹੀ ਹੁੰਦਾ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇੰਨੇ ਘੰਟੇ ਤੋਂ ਕੰਮ ਕਰ ਰਹੇ ਨਹੀਂ ਕਰ ਰਹੇ, ਤੁਸੀਂ ਮੱਝਾਂ ਦੇ ਕੰਮਾਂ ਵਿੱਚ ਆਉਂਦੇ, ਫਾਰਮ ਦੇ ਕੰਮਾਂ ਵਿੱਚ ਆਉਂਦੇ, ਬੱਕਰੇ ਦੇ ਕੰਮਾਂ ਵਿੱਚ ਆਉਂਦੇ ਹੋ ਨਾ। ਤੇ ਇੰਨਾ ਡਿਫੀਕਲਟ ਕੰਮ ਆ ਨਾ, ਜਿਹੜੇ ਇੱਥੇ ਦੇ ਬॉयਜ਼ ਹੈਗੇ ਜਿਹੜੇ ਇੱਥੇ ਫਾਰਮ ਵਿੱਚ ਕੰਮ ਕਰਦੇ, ਉਹਨਾਂ ਨੂੰ ਪੁੱਛ ਕੇ ਦੇਖੋ। ਮੈਂ ਇੱਥੇ ਖੁਦ 8 ਸਾਲ ਤੋਂ ਰਹਿ ਰਹੀ, ਮੈਨੂੰ ਐਕਸਪੀਰੀਅੰਸ ਹੈ ਗੱਲਾਂ ਦਾ, ਇਸ ਲਈ ਮੈਂ ਸਪੈਸ਼ਲੀ ਵੀਡੀਓ ਬਣਾ ਰਹੀ ਹਾਂ ਕਿਉਂਕਿ ਜਿਹੜੇ ਇੰਟਰਸਟ ਹੈਗਾ ਕਿ ਹਾਂ ਅਸੀਂ ਵਰਕ ਪਰਮਿਟ ਤੇ ਆਉਣਾ, ਬਟ ਉਹਨਾਂ ਨੂੰ ਇੱਥੇ ਦੀ ਲਾਈਫ ਨਹੀਂ ਪਤਾ ਕਿ ਵਰਕ ਪਰਮਿਟ ਦੀ ਕਿੰਨੀ ਡਿਫੀਕਲਟ ਹੈ। ਤੇ ਮੈਂ ਤੁਹਾਨੂੰ ਇਹੀ ਸੁਜੈਸਟ ਕਰਦੀ, ਅਗਰ ਤੁਸੀਂ ਸੋਚ ਰਹੇ ਹੋ ਕਿ ਹਾਂ ਸ਼ਾਇਦ ਜਾਂ ਤੁਹਾਡੇ ਮਨ ਵਿੱਚ ਹੋਏਗਾ ਕਿ ਵਰਕ ਪਰਮਿਟ ਥੋੜੇ ਘੱਟ ਪੈਸੇ ਲੱਗਦੇ ਆ ਜਾਂ ਲਾਈਕ ਸਟੱਡੀ ਬੇਸ ਥੋੜਾ ਜ਼ਿਆਦਾ ਲੱਗਦਾ, ਵਰਕ ਪਰਮਿਟ ਤੇ ਅਗਰ ਤੁਸੀਂ ਆਉਂਦੇ ਫਿਰ ਵੀ ਇੰਨੇ ਘੱਟ ਪੈਸੇ ਨਹੀਂ ਲੱਗਦੇ, 3.5-4 ਲੱਖ ਤੱਕ ਫਿਰ ਵੀ ਲੱਗਦਾ ਹੈਗਾ ਅਗਰ ਤੁਸੀਂ ਵਰਕ ਪਰਮਿਟ ਤੇ ਆਉਂਦੇ ਹੋ, ਠੀਕ ਹੈ, ਫਾਰਮ ਦੇ ਕੰਮਾਂ ਵਿੱਚ ਆਉਂਦੇ। ਇਸ ਤੋਂ ਬੈਟਰ ਕਿ ਤੁਸੀਂ ਸਟੱਡੀ ਬੇਸ ਤੇ ਆ ਜਾਓ। ਅਗਰ ਈਵਨ ਤੁਹਾਡੀ ਸਟੱਡੀ ਵਿੱਚ ਕਾਫੀ ਗੈਪ ਹੈਗਾ ਬਟ ਸਾਈਪ੍ਰਸ ਸਟੱਡੀ ਗੈਪ ਐਕਸੈਪਟ ਕਰਦਾ, ਤੁਸੀਂ ਮੈਂ ਤੁਹਾਨੂੰ ਇਹ ਸੁਜੈਸਟ ਕਰਦੀ ਕਿ ਤੁਸੀਂ ਇੱਥੇ ਸਟੱਡੀ ਬੇਸ ਤੇ ਆਓ। ਸਟੱਡੀ ਬੇਸ ਤੇ ਇਦਾਂ ਕਿ ਇਹ ਤੁਹਾਡੀ ਲਾਈਫ ਹੈ ਤੁਹਾਡੇ ਹੱਥ ਵਿੱਚ ਹੁੰਦੀ ਹੈ, ਤੁਹਾਨੂੰ ਕੋਈ ਕੱਲ੍ਹ ਨੂੰ ਕੰਮ ਨਹੀਂ ਪਸੰਦ ਤੁਸੀਂ ਜਦ ਮਰਜ਼ੀ ਕੰਮ ਛੱਡ ਸਕਦੇ ਹੋ, ਠੀਕ ਹੈ। ਵਰਕ ਪਰਮਿਟ ਇੱਥੇ ਤੁਸੀਂ ਅਗਰ ਉੱਥੇ ਤੁਸੀਂ ਸਟਕ ਹੋ ਜਾਓਗੇ, ਨਾ ਕਿਤੇ ਤੁਸੀਂ ਇੱਥੋਂ ਨਿਕਲ ਸਕਦੇ। ਅਗਰ ਤੁਹਾਨੂੰ ਕੰਮ ਨਹੀਂ ਵੀ ਪਸੰਦ, ਨਾ ਡਿਫੀਕਲਟ ਕੰਮ, ਅਗਰ ਤੁਸੀਂ ਚੇਂਜ ਕੰਮ ਕਰਨਾ, ਤੁਹਾਨੂੰ ਉਹੀ ਫੀਲਡ ਵਿੱਚ ਹੀ ਕੰਮ ਲੈਣਾ ਪੈਣਾ। ਇੱਦਾਂ ਨਹੀਂ ਹੈਗਾ ਤੁਸੀਂ ਇੱਥੇ ਰੈਸਟੋਰੈਂਟ ਵਿੱਚ ਆਏ ਹੋ, ਤੁਹਾਨੂੰ ਕਿਤੇ ਹੋਰ ਬਾਹਰ ਲਾਈਕ ਇਹੀ ਫੀਲਡ ਦਾ ਰੈਸਟੋਰੈਂਟ ਵਿੱਚ ਹੈ, ਤੁਹਾਨੂੰ ਰੈਸਟੋਰੈਂਟ ਵਿੱਚ ਹੀ ਜੋਬ ਫਾਈਂਡ ਕਰਨੀ ਪੈਣੀ ਆ। ਅਗਰ ਤੁਸੀਂ ਇੱਥੇ ਫਾਰਮ ਦੇ ਕੰਮ ਵਿੱਚ ਆਉਂਦੇ, ਤੁਹਾਨੂੰ ਫਾਰਮ ਦਾ ਹੀ ਕੰਮ ਲੱਭਣਾ ਪੈਣਾ, ਉਹੀ ਫੀਲਡ ਦੀ ਸੇਮ ਜੋਬ ਲੱਭਣੀ ਪੈਣੀ ਹੈ। ਅਦਰਵਾਈਜ਼ ਅਗਰ ਤੁਸੀਂ ਇੱਦਾਂ ਨਹੀਂ ਕਰੋਗੇ, ਤੁਸੀਂ ਹੋਰ ਫੀਲਡ ਵਿੱਚ ਕੰਮ ਲੱਭੋਗੇ, ਤੁਸੀਂ ਇੱਥੋਂ ਫਿਰ ਵੀਜ਼ਾ ਜਦੋਂ ਅਪਲਾਈ ਕਰੋਗੇ ਤੁਹਾਡਾ ਵੀਜ਼ਾ ਜਿਹੜਾ ਕੈਂਸਲ ਹੋ ਜਾਏਗਾ, ਤੁਹਾਨੂੰ ਸੇਮ ਆਪਣੀ ਫੀਲਡ ਲੱਭਣੀ ਪੈਣੀ ਹੈ ਨਾ। ਅਗਰ ਸੋਚਦੇ ਕਿ ਹਾਂ ਉਹ ਫਾਰਮ ਦੇ ਕੰਮਾਂ ਵਿੱਚ ਆਉਂਦੇ ਈਜ਼ੀ ਹੈਗਾ, ਫਾਰਮ ਦਾ ਕੰਮ ਇੰਨਾ ਡਿਫੀਕਲਟ ਹੈਗਾ ਨਾ, ਈਜ਼ੀ ਨਹੀਂ ਹੈਗਾ, ਤਾਂ ਇਹੀ ਸੁਜੈਸਟ ਕਰਾਂਗੇ ਤੁਸੀਂ ਅਗਰ ਆਉਂਦੇ ਹੋ ਇੱਕ ਤੁਹਾਡਾ 4 ਲੱਖ ਵੀ ਅਗਰ ਇੰਡੀਆ ਤੁਸੀਂ ਵਰਕ ਪਰਮਿਟ ਤੇ ਆਉਂਦੇ, ਤੁਸੀਂ ਲੱਖ ਮੈਂ ਤਾਂ ਇਹੀ ਕਹਿੰਦੇ ਔਖਾ ਸੌਖਾ ਹੋਰ ਕਰਕੇ ਤੁਸੀਂ ਸਟੱਡੀ ਬੇਸ ਤੇ ਆਓ। ਸਟੱਡੀ ਬੇਸ ਤੇ ਆ ਗਿਆ, ਕੰਮ ਨਹੀਂ ਪਸੰਦ ਚੇਂਜ ਕਰੋ, ਠੀਕ ਹੈ। ਜਦ ਮਰਜੀ ਤੁਸੀਂ ਆਪਣੇ ਮਰਜ਼ੀ ਨਾਲ ਤੁਸੀਂ ਕਿਤੇ ਵੀ ਕੰਟਰੀ ਲਾਈਕ ਵੀਜ਼ਾ ਅਪਲਾਈ ਕਰ ਸਕਦੇ ਹੋ। ਆਪਣੇ ਇੰਡੀਆ ਜਾਣਾ, ਤੁਹਾਨੂੰ ਕੋਈ ਪ੍ਰੋਬਲਮ ਹੋ ਗਈ ਐਮਰਜੈਂਸੀ ਇੰਡੀਆ ਜਾਣਾ ਪੈ ਰਿਹਾ, ਤੁਸੀਂ ਇੰਡੀਆ ਐਨੀ ਟਾਈਮ ਜਾ ਸਕਦੇ ਹੋ। ਬਟ ਅਗਰ ਵਰਕ ਪਰਮਿਟ ਵਿੱਚ ਆ ਗਈ, ਇੱਕ ਗੱਲ ਹੋਰ ਹੈ, ਤੁਸੀਂ ਉੱਥੇ ਸਟਕ ਹੋ ਜਾਣਾ। ਤੁਹਾਨੂੰ ਅਸੀਂ 1 ਸਾਲ ਵਿੱਚ ਇੱਕ ਟਾਈਮ ਮਹੀਨੇ ਦੀ ਛੁੱਟੀ ਹੁੰਦੀ ਹੈਗੀ ਆ, ਉਹ ਵੀ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ ਹੈਗੇ ਕਿ ਹਾਂ ਤੁਹਾਨੂੰ ਕੱਲ੍ਹ ਕੋਈ ਲਾਈਕ ਐਮਰਜੈਂਸੀ ਤੁਹਾਡੀ ਫੈਮਿਲੀ 'ਚ ਕੋਈ ਪ੍ਰੋਬਲਮ ਆ ਗਈ, ਤੁਹਾਨੂੰ ਜਾਣਾ ਪੈ ਗਿਆ, ਉਹਨਾਂ ਨੂੰ ਕੋਈ ਲੈਣਾ ਦੇਣਾ। ਜਦੋਂ ਛੁੱਟੀ ਤਾਂ ਉਹਨਾਂ ਨੇ ਕਹਿਣਾ ਵੀ ਇਸ ਟਾਈਮ 'ਚ ਬਸ ਅਸੀਂ ਛੁੱਟੀ ਦੇਣੀ, ਤੁਹਾਨੂੰ ਉਦੋਂ ਹੀ ਜਾਣਾ ਪੈਣਾ ਹੈਗਾ। ਤੇ ਕੱਲ੍ਹ ਆਪਣਾ ਵੀਜ਼ਾ ਅਪਲਾਈ ਕਰਨਾ ਪੈਣਾ ਇਹਨਾਂ ਤੋਂ, ਤੁਹਾਡੇ ਮਕਾਨ ਜਿਹੜਾ ਤੁਹਾਡਾ ਮਾਲਕ ਹੈਗਾ ਉਹ ਤੋਂ ਤੁਹਾਨੂੰ ਲੈਟਰ ਲੈਣੀ ਪੈਣੀ। ਇੰਨੀ ਜਲਦੀ ਸਿਗਨੇਚਰ ਨਹੀਂ ਕਰਦੇ, ਵਿਦਾਊਟ ਸਿਗਨੇਚਰ ਤੁਸੀਂ ਇੱਥੇ ਵੀਜ਼ਾ ਅਪਲਾਈ ਨਹੀਂ ਕਰ ਸਕਦੇ, ਉੱਥੇ ਹੀ ਸਟਕ ਹੋ ਜਾਓਗੇ। ਅਗਰ ਤੁਸੀਂ ਸੋਚਦੇ ਹੋ ਫਿਰ ਅਸੀਂ ਇੱਥੇ ਜਦੋਂ ਆ ਗਏ ਜੇ ਇੰਨਾ ਡਿਫੀਕਲਟ ਕੰਮ ਹੁਣ ਅਸੀਂ ਚੇਂਜ ਕਰਨਾ, ਕਿਵੇਂ ਚੇਂਜ ਕਰੋਗੇ? ਚੇਂਜ ਕਰਨਾ ਕੰਮ ਇੰਨਾ ਸੌਖਾ ਨਹੀਂ ਹੈਗਾ, ਬਹੁਤ ਡਿਫੀਕਲਟ ਹੈ। ਫਿਰ ਉਹੀ ਫੀਲਡ ਵਿੱਚ ਕੰਮ ਲੱਭਣਾ ਬਹੁਤ ਡਿਫੀਕਲਟ ਹੈ ਨਾ। ਤੇ ਤੁਹਾਨੂੰ ਜਦੋਂ ਕੰਮ ਮਿਲਦਾ, ਤੁਹਾਨੂੰ ਕੋਲ ਡੇਜ਼ ਹੁੰਦੇ ਕਿ ਇੰਨੇ ਡੇਜ਼ ਵਿੱਚ ਤੁਸੀਂ ਅਗਰ ਤੁਸੀਂ ਸੋਚਦੇ ਕਿ ਹੁਣ ਅਸੀਂ ਕੰਮ ਹੀ ਨਹੀਂ ਕਰ ਸਕਦੇ ਹੈ ਨਾ, ਹੱਦ ਤੋਂ ਵੱਧ ਸਾਡਾ ਮਤਲਬ ਕਿ ਡਿਫੀਕਲਟ ਹੈਗਾ, ਅਸੀਂ ਨਹੀਂ ਕਰ ਸਕਦੇ, ਤੁਸੀਂ ਸੋਚਦੇ ਕਿ ਅਸੀਂ ਚੇਂਜ ਕਰਨੀ ਜੋ ਫਿਰ ਜਦੋਂ ਤੁਸੀਂ ਚੇਂਜ ਕਰਦੇ ਤੁਹਾਡੇ ਕੋਲ ਟਾਈਮ ਪੀਰੀਅਡ ਹੁੰਦੇ ਵੀ ਇੰਨੇ ਟਾਈਮ ਵਿੱਚ ਤੁਸੀਂ ਆਪਣੀ ਜੋਬ ਤੁਸੀਂ ਵਰਕ ਲੱਭਣਾ ਹੈ। ਜਸਟ 1 ਮਿੰਟ।
ਸੋਰੀ ਮੇਰਾ ਡੌਗ ਇੰਨਾ ਤੰਗ ਕਰਦਾ ਨਾ ਕਿ ਜੇ ਤੁਸੀਂ ਇੱਥੇ ਵਰਕ ਪਰਮਿਟ ਤੇ ਆ ਜਾਂਦੇ ਹੋ ਨਾ, ਤੁਸੀਂ ਉੱਥੇ ਸਟਕ ਹੋ ਜਾਂਦੇ। ਹਾਂ ਤੁਸੀਂ ਸੋਚਦੇ ਚਲ ਇੱਥੇ ਆ ਗਏ, ਅਸੀਂ ਵਰਕ ਪਰਮਿਟ ਤੇ ਆ ਗਏ ਨਾ, ਬਟ ਉਹ ਤੁਹਾਡੇ ਕੋਲ ਕੰਮ ਨਹੀਂ ਹੋਇਆ, ਤੁਸੀਂ ਉਹੀ ਫੀਲਡ ਵਿੱਚ ਅਗਰ ਤੁਸੀਂ ਕੰਮ ਨਹੀਂ ਲੱਭਦੇ, ਤੁਹਾਡੇ ਕੋਲ ਟਾਈਮ ਹੁੰਦਾ ਕਿ ਤੁਸੀਂ 3 ਮਹੀਨੇ ਅੰਦਰ ਅੰਦਰ ਕੰਮ ਲੱਭਣਾ ਹੈ। ਕੰਮ ਇੰਨਾ ਈਜ਼ੀ ਨਹੀਂ ਕਿ ਤੁਸੀਂ ਉਹੀ ਫੀਲਡ ਵਿੱਚ ਇਮੀਡੀਏਟਲੀ ਕੰਮ ਲੱਭ ਲੋਗੇ ਨਾ, ਡਿਫਿਕਲਟ ਹੈਗਾ ਕੰਮ। ਅਗਰ ਤੁਹਾਨੂੰ ਨਹੀਂ ਲੱਭਦਾ ਫਿਰ ਤੁਹਾਡੇ ਕੋਲ ਕੋਈ ਰਾਸਤਾ ਨਹੀਂ ਹੈਗਾ, ਸਿਰਫ ਤੁਹਾਨੂੰ ਇੱਕ ਰਿਫਿਊਜੀ ਲੈਣੀ ਪੈਣੀ ਉੱਥੇ ਸਟੇ ਕਰਨ ਲਈ। ਅਦਰਵਾਈਜ਼ ਜੇ ਤੁਹਾਡਾ ਵੀਜ਼ਾ ਸਭ ਕੁਝ ਕੈਂਸਲ ਹੋ ਜਾਂਦਾ, ਆਟੋਮੈਟਿਕਲੀ ਕੈਂਸਲ ਹੋ ਜਾਂਦਾ ਉਹ ਜਦੋਂ ਤੁਸੀਂ ਉੱਥੇ ਤੋਂ ਹਨਾ ਰਿਲੀਜ਼ ਲੈ ਲੈਂਦੇ ਜਿੱਥੇ ਕੰਮ ਕਰਦੇ ਹੋ। ਜਦੋਂ ਉਹ ਕੈਂਸਲ ਹੋ ਗਿਆ ਫਿਰ ਤੁਹਾਡੇ ਕੋਲ ਇੱਕੋ ਰਸਤਾ ਹੁੰਦਾ ਕਿ ਤੁਸੀਂ ਇੱਥੇ ਰਿਲੀਜ਼ ਲੈ ਕੇ ਰਹਿ ਸਕਦੇ ਹੋ, ਤੁਸੀਂ ਇੱਥੇ ਰਿਫਿਊਜੀ ਲੈ ਕੇ ਰਹਿ ਸਕਦੇ ਹੋ। ਅਦਰਵਾਈਜ਼ ਤੁਸੀਂ ਇੱਥੇ ਨਹੀਂ ਰਹਿ ਸਕਦੇ, ਬੈਕ ਤੁਹਾਨੂੰ ਆਪਣੀ ਕੰਟਰੀ ਜਾਣਾ ਪੈਣਾ। ਤੇ ਅਗਰ ਤੁਸੀਂ ਇੱਥੇ ਰਿਫਿਊਜੀ ਲੈ ਲਈ ਹੈ ਫਿਰ ਤੁਸੀਂ ਹਮੇਸ਼ਾ ਲਈ ਇੱਥੇ ਹੀ ਸਟਕ ਹੋ ਜਾਓਗੇ, ਫਿਰ ਤੁਸੀਂ ਆਪਣੇ ਇੰਡੀਆ ਵੀ ਨਹੀਂ ਵਾਪਸ ਜਾ ਸਕਦੇ, ਕਿਉਂਕਿ ਅਗਰ ਤੁਸੀਂ ਇੰਡੀਆ ਜਾਣਾ ਹੋਏਗਾ ਫਿਰ ਤੁਹਾਨੂੰ ਇੱਥੇ ਫੋਰਐਵਰ ਲਈ ਇੰਡੀਆ ਜਾਣਾ ਪਏਗਾ ਨਾ, ਹੋਰ ਕੰਟਰੀ ਤੁਸੀਂ ਮੂਵ ਹੋ ਨਹੀਂ ਸਕਦੇ ਕਿਉਂਕਿ ਤੁਹਾਡੇ ਕੋਲ ਰਿਫਿਊਜੀ ਹੋਏਗੀ ਨਾ। ਕਿ ਵਿਦਆਊਟ ਰਿਫਿਊਜੀ ਤੇ ਬਿਨਾਂ ਤੁਸੀਂ ਅਗਰ ਤੁਹਾਡੇ ਕੋਲ ਰਿਫਿਊਜੀ ਹੈਗੀ ਫਿਰ ਨਾ ਹੀ ਤੁਸੀਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਨਾ। ਫਿਰ ਬਸ ਇਹੀ ਹੈ, ਬਸ ਤੁਸੀਂ ਇੱਥੇ ਹੀ ਰਹਿ ਸਕਦੇ, ਇੱਥੇ ਹੀ ਕੰਮ ਕਰ ਸਕਦੇ ਹੋ, ਠੀਕ ਹੈ। ਤੇ ਫਿਰ ਹੋਰ ਕੋਈ ਚਾਂਸ ਨਹੀਂ ਹੁੰਦਾ ਰਿਫਿਊਜੀ ਲੈਣੀ ਹੈਗੀ ਹੈ, ਠੀਕ ਹੈ। ਬਾਕੀ ਹੋਰ ਕੀ ਅਗਰ ਤੁਸੀਂ ਜਾਣਾ ਇੰਡੀਆ ਦਾ ਫੋਰਐਵਰ ਲਈ ਜਾ ਸਕਦੇ ਹੋ। ਤਾਂ ਮੈਂ ਤੁਹਾਨੂੰ ਇਹ ਸੁਜੈਸਟ ਕਰਦੀ ਹਾਂ ਅਗਰ ਤੁਸੀਂ ਆ ਸਕਦੇ ਹੋ ਵਰਕ ਉੱਤੇ ਸਟੱਡੀ ਬੇਸ ਤੇ ਆਓ। ਤਾਂ ਕਈ ਆਪਣੇ ਨਾ ਮਨ ਵਿੱਚ ਹੁੰਦਾ ਕਿ ਨਹੀਂ ਯਾਰ ਅਸੀਂ ਸਟੱਡੀ ਬੇਸ ਤੇ ਨਹੀਂ ਆ ਸਕਦੇ, ਅਸੀਂ ਨਹੀਂ ਪੜ੍ਹਾਈ ਕਰ ਸਕਦੇ, ਬਹੁਤ ਡਿਫਿਕਲਟ ਹੈ, ਉੱਥੇ ਇੰਗਲਿਸ਼ ਵਿੱਚ ਹੋਏਗਾ ਸਭ ਕੁਛ ਹੈ ਨਾ। ਤੇ ਆਪਣੇ ਮਨ ਵਿੱਚ ਇਦਾਂ ਦੇ ਖਿਆਲ ਹੁੰਦੇ ਆ ਕਿ ਸਾਡੀ ਇੰਗਲਿਸ਼ ਇੰਨੀ ਹਾਈ ਨਹੀਂ, ਅਸੀਂ ਕਿਵੇਂ ਹੈਂਡਲ ਕਰਾਂਗੇ, ਸਭ ਕੁਝ ਇੰਗਲਿਸ਼ 'ਚ ਹੋਏਗਾ, ਉੱਥੇ ਦੇ ਸਟੂਡੈਂਟ ਆ, ਅਸੀਂ ਨਹੀਂ ਸਟੱਡੀ ਕਰ ਸਕਦੇ ਹੈ ਨਾ। ਤੇ ਇਹ ਖਿਆਲ ਬਿਲਕੁਲ ਆਪਣੇ ਦਿਮਾਗ 'ਚੋਂ ਕੱਢ ਦਿਓ ਕਿ ਸਟੱਡੀ ਇੱਥੇ ਔਖੀ ਹੁੰਦੀ ਹੈ, ਇੰਗਲਿਸ਼ ਵਿੱਚ ਇੱਦਾਂ ਸਭ ਕੁਝ ਸਾਨੂੰ ਬੋਲਣਾ ਪੈਂਦਾ ਹੈ ਨਾ। ਸਟੱਡੀ ਇੱਥੇ ਨੋਰਮਲ ਹੁੰਦੀ ਹੈ। ਇੱਥੇ ਦੇ ਕਾਲਜ ਜਿਹੜੇ ਹੁੰਦੇ ਛੋਟੇ ਛੋਟੇ ਇੱਥੇ ਦੇ ਕਾਲਜ ਹੁੰਦੇ, ਕੋਈ ਇਦਾਂ ਨਹੀਂ ਹੈਗਾ ਵੀ ਹਾਂ ਜਿਵੇਂ ਆਪਾਂ ਸੋਚਦੇ ਵੀ ਬਾਹਰ ਦੇ ਕਾਲਜ ਪਤਾ ਨਹੀਂ ਕਿੱਦਾਂ ਦੇ ਹੋਏਗੇ ਨਾ। ਛੋਟੇ ਛੋਟੇ ਕਾਲਜ ਹੁੰਦੇ, ਈਵਨ ਤੁਸੀਂ ਕੈਨੇਡਾ ਵੀ ਜਾਂਦੇ ਹੋ ਇਹਨਾਂ ਛੋਟੇ ਛੋਟੇ ਘਰਾਂ ਵਿੱਚ ਛੋਟੇ ਛੋਟੇ ਜਿਹੇ ਕਾਲਜ ਹੁੰਦੇ। ਇੱਥੇ ਬਾਹਰ ਇੱਥੇ ਸਾਈਪਰਸ ਵੀ ਬਸ ਇਹ 2-2 ਬਿਲਡਿੰਗਾਂ ਹੁੰਦੀਆਂ, ਬਸ 2-2 ਮੰਜ਼ਲੀ ਛੋਟੇ ਛੋਟੇ ਕਾਲਜ ਹੁੰਦੇ। ਤੁਸੀਂ ਆਓ ਜਾਓ, ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ, ਇਹ ਸਿਰਫ ਆਪਣੀ ਫੀਸ ਤੱਕ ਮਤਲਬ ਹੁੰਦਾ, ਠੀਕ ਹੈ। ਜਦੋਂ ਇੱਥੇ ਕੰਮ ਮਿਲ ਜਾਂਦਾ ਹੈਗਾ ਸਿਰਫ ਆਪਣੇ ਬੰਦਾ ਆਪਣੇ ਕੰਮ ਤੇ ਹੀ ਜਾਂਦਾ। ਜਦੋਂ ਤੁਹਾਡੇ ਪੇਪਰ ਹੁੰਦੇ ਸਿਰਫ ਹੁਣ ਪੇਪਰ ਦੇਣ ਹੀ ਜਾਂਦਾ ਹੈ, ਔਰ ਪੇਪਰ ਦੇਣ ਇੱਥੇ ਬਿਲਕੁਲ ਜ਼ਿਆਦਾ ਔਖੇ ਨਹੀਂ ਹੈਗੇ, ਕੋਈ ਔਖੇ ਨਹੀਂ। ਬੰਦੇ ਇੱਥੇ ਆਪਣੇ ਫੋਨਾਂ ਤੇ ਵੀ ਅੱਜ ਉਹ ਕਰਦੇ, ਗੂਗਲ ਤੇ ਕੱਢ ਲੈਂਦੇ ਆ ਸਭ ਕੁਝ, ਤੇ ਤੁਸੀਂ ਆਪਣਾ ਪੇਪਰ ਕਰ ਦਿਓ, ਨਕਲ ਵਗੈਰਾ ਚੱਲਦੀ ਹੈ, ਤੁਸੀਂ ਆਮ ਗੱਲ ਉਹ ਕਰ ਸਕਦੇ ਹੋ। ਬਿਲਕੁਲ ਡਿਫਿਕਲਟ ਨਹੀਂ ਹੈਗਾ, ਲਾਈਕ ਨੋਰਮਲ ਹੈਗਾ। ਤੁਹਾਡੇ ਕਲਾਸ ਸਾਰੇ ਇੰਡੀਅਨ ਹੁੰਦੇ, ਤੁਸੀਂ ਜਿਵੇਂ ਮਰਜ਼ੀ ਆਪਾਂ ਪੁੱਛ ਕੇ ਆਪਣਾ ਪੇਪਰ ਕਰ ਸਕਦੇ ਹੋ ਨਾ। ਤੇ ਕੋਈ ਇੱਦਾਂ ਡਿਫਿਕਲਟ ਨਹੀਂ ਹੈਗਾ ਬਿਲਕੁਲ ਵੀ। ਸਟੱਡੀ ਤਾਂ ਸੋਚੋ ਹੀ ਨਾ ਕਿ ਹਾਂ ਡਿਫਿਕਲਟ ਆ ਜਾਂ ਇੱਦਾਂ ਅਸੀਂ ਨਹੀਂ ਕਰ ਸਕਦੇ, ਹਰ ਕੋਈ ਨਲਾਇਕ ਬੰਦਾ ਇੱਥੇ ਸਟੱਡੀ ਕਰ ਸਕਦਾ ਹੈਗਾ। ਤਾਂ ਮੈਂ ਇਹ ਸੁਜੈਸਟ ਕਰਾਂਗੀ ਅਗਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਵਰਕ ਪਰਮਿਟ ਤੇ ਆਉਣਾ, ਮੈਂ ਉਹੀ ਕਹਿੰਦੀ ਆ ਅਗਰ ਤੁਹਾਡਾ 3.5 ਜਾਂ 4 ਲੱਖ ਤੱਕ ਵੀ ਆਉਂਦਾ, ਤੁਸੀਂ ਲੱਖ 1.5 ਲੱਖ ਰੁਪਇਆ ਹੋਰ ਪਾਓ ਤੇ ਇੱਥੇ ਆਪਣੀ ਸਟੱਡੀ ਬੇਸ ਤੇ ਆਓ। ਸਟੱਡੀ ਬੇਸ ਤੁਹਾਡੇ ਹੱਥ ਵਿੱਚ ਤੁਹਾਡੀ ਲਾਈਫ ਹੈਗੀ ਆ, ਇੰਜੋਏ ਤੁਸੀਂ ਕਰ ਸਕਦੇ ਹੋ, ਠੀਕ ਹੈ। ਵਰਕ ਪਰਮਿਟ ਤੁਸੀਂ ਇੰਜੋਏ ਨਹੀਂ ਕਰ ਸਕਦੇ, ਸਾਰਾ ਦਿਨ ਕੰਮ, ਕੰਮ ਤੋਂ ਘਰ, ਘਰ ਤੋਂ ਕੰਮ, ਬਸ ਤੁਹਾਡੀ ਇਹੀ ਲਾਈਫ ਹੋ ਜਾਏਗੀ। ਅਗਰ ਨਾ ਹੀ ਤੁਸੀਂ ਕਿਤੇ ਘੁੰਮ ਫਿਰ ਸਕਦੇ ਹੋ, ਠੀਕ ਆ, ਕਿਤੇ ਜਾ ਨਹੀਂ ਸਕਦੇ, ਉੱਥੇ ਸਟਕ ਰਹਿ ਜਾਣਾ ਤੁਸੀਂ, ਹੈ ਨਾ। ਤੇ ਸਟੂਡੈਂਟ ਹੈਗਾ, ਸਟੂਡੈਂਟ ਤੁਸੀਂ ਆਪਣੀ ਫਰੀडम ਤੁਹਾਡੇ ਹੱਥ ਵਿੱਚ ਹੈ, ਤੁਸੀਂ ਆਓ ਜਾਓ ਘੁੰਮੋ ਫਿਰੋ, ਕੋਈ ਲੈਣਾ ਦੇਣਾ ਨਹੀਂ। ਜੋਬ ਪਸੰਦ ਹੈ ਤੁਸੀਂ ਛੱਡ ਕੇ ਤੁਸੀਂ ਹੋਰ ਜੋਬ ਫਾਈਂਡ ਕਰ ਸਕਦੇ ਹੋ, ਠੀਕ ਹੈ। ਤੇ ਮਤਲਬ ਕਿ ਤੁਹਾਡੀ ਫਰੀडम ਤੁਹਾਡੇ ਹੱਥ ਵਿੱਚ ਆ, ਤੁਹਾਨੂੰ ਕਦੇ ਵੀ ਤੁਹਾਨੂੰ ਇੰਡੀਆ ਜਾਣਾ ਪੈ ਸਕਦਾ, ਆਪਣੀ ਕੰਟਰੀ ਤੁਸੀਂ ਜਦ ਮਰਜ਼ੀ ਇੰਡੀਆ ਜਾ ਸਕਦੇ ਹੋ, ਠੀਕ ਹੈ, ਟਿਕਟ ਬਾਈ ਕਰਕੇ। ਮਤਲਬ ਕਿ ਮੈਂ ਤੁਹਾਨੂੰ ਇਹ ਸੁਜੈਸਟ ਕਰਦੀ ਹੈ ਕਿ ਤੁਸੀਂ ਵਰਕ ਪਰਮਿਟ ਤੇ ਅਗਰ ਸੋਚ ਰਹੇ ਹੋ ਤਾਂ ਨਾ ਹੀ ਆਓ ਤਾਂ ਬੈਟਰ, ਕਿਉਂਕਿ ਜਸਟ ਮੈਨੂੰ ਇਹ ਐਕਸਪੀਰੀਅੰਸ ਇਸ ਗੱਲ ਦਾ ਇਸ ਲਈ ਹੈ ਕਿਉਂਕਿ ਮੈਂ ਖੁਦ ਇੱਥੇ 8 ਸਾਲਾਂ ਤੋਂ ਰਹਿ ਰਹੀ ਹੈ ਨਾ, ਮੈਨੂੰ ਇੱਥੇ ਦੀ ਪਤਾ ਹੈ ਇੱਥੇ ਲਾਈਫ ਕਿੱਦਾਂ ਦੀ ਹੈ, ਕਿਵੇਂ ਦੀ ਹੈ, ਸਭ ਕੁਝ ਮਾਹੌਲ ਹੈ ਨਾ। ਮੈਂ ਸਿਰਫ ਤੁਹਾਨੂੰ ਗਾਈਡ ਕਰ ਸਕਦੀ ਹੈ, ਵੀਡੀਓ ਮੈਂ ਸਿਰਫ ਤੁਹਾਨੂੰ ਗਾਈਡ ਲਈ ਬਣਾਈ ਹੈ, ਅੱਗੇ ਤੁਹਾਡੀ ਮਰਜ਼ੀ ਹੈ। ਸੋਚ ਨਹੀਂ ਜਸਟ ਵਰਕ ਪਰਮਿਟ ਦੇਣਾ ਆਓ ਤੁਸੀਂ, ਬਟ ਤੁਹਾਨੂੰ ਜੋ ਗੱਲਾਂ ਨਹੀਂ ਪਤਾ ਉਹ ਗੱਲਾਂ ਮੈਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦੱਸੀਆਂ, ਠੀਕ ਹੈ। ਇਸ ਤੋਂ ਪਹਿਲਾਂ ਤੁਹਾਨੂੰ ਅਗਰ ਨਹੀਂ ਗੱਲਾਂ ਪਤਾ ਸ਼ਾਇਦ ਚਲੋ ਤੁਹਾਨੂੰ ਹੁਣ ਨੌਲੇਜ ਹੋ ਜਾਏਗੀ ਇਸ ਬਾਰੇ। ਸ਼ਾਇਦ ਤੁਸੀਂ ਸੋਚਦੇ ਹੋਗੇ ਕਿ ਹਾਂ ਕਿਉਂਕਿ ਜਦੋਂ ਆਪਾਂ ਇੰਡੀਆ ਤੋਂ ਆਪਾਂ ਆਪਣੀ ਕੰਟਰੀ ਦਾ ਜਦੋਂ ਆਪਾਂ ਨੇ ਵੀਜ਼ਾ ਅਪਲਾਈ ਕਰਨਾ, ਜਿਹੜੇ ਏਜੰਟ ਹੁੰਦੇ ਉਹਨਾਂ ਤੁਹਾਡੇ ਕੋਲ ਸਿਰਫ ਪੈਸੇ ਖਾਣੇ ਹੁੰਦੇ, ਉਹਨਾਂ ਤੁਹਾਨੂੰ ਸੱਚਾਈ ਨੂੰ ਉੱਥੇ ਦੱਸਣ। ਉਹਨਾਂ ਨੇ ਕਹਿਣਾ ਇਹ ਵਰਕ ਪਰਮਿਟ ਹੈਗਾ, ਫਾਰਮ ਦਾ ਕੰਮ ਆ, ਸਿਰਫ ਤੁਸੀਂ 8 ਘੰਟੇ ਡਿਊਟੀ ਕਰਨੀ ਹੈਗੀ, ਤੁਹਾਡੀ ਇੰਨੀ ਸੈਲਰੀ ਹੋਏਗੀ, 1 ਵੀਕ ਵਿੱਚ ਛੁੱਟੀ ਹੋਏਗੀ। ਉਹਨਾਂ ਨੇ ਏਜੰਟਾਂ ਤੁਹਾਨੂੰ ਇੱਦਾਂ ਦੱਸਣਾ, ਬਟ ਇੱਥੇ ਦੀ ਰਿਐਲਿਟੀ ਕੀ ਹੈ ਉਹਨਾਂ ਤੁਹਾਨੂੰ ਰਿਐਲਿਟੀ ਨਹੀਂ ਇੱਥੇ ਦੱਸਣੀ ਹੈਗੀ ਆ। ਸਿਰਫ ਉਹਨਾਂ ਇਹ ਦੱਸਣਾ 8 ਘੰਟੇ ਕੰਮ ਕਰਨਾ, 1 ਵੀਕ 'ਚ 1 ਟਾਈਮ ਛੁੱਟੀ ਹੈਗੀ, ਉਹ ਵੀ ਤੁਸੀਂ ਓਵਰ ਟਾਈਮ ਲੈ ਸਕਦੇ, ਐਕਸਟਰਾ ਤੁਹਾਨੂੰ ਟਾਈਮ ਮਿਲੇਗਾ ਤੇ ਤੁਹਾਨੂੰ ਇੰਨੀ ਸੈਲਰੀ ਮਿਲੇਗੀ, ਠੀਕ ਹੈ। ਬਟ ਇੱਥੇ ਆ ਕੇ ਜੇ ਤੁਸੀਂ ਇੱਥੇ ਆਓਗੇ ਫਿਰ ਤੁਹਾਨੂੰ ਪਤਾ ਚੱਲਣਾ ਕਿ ਤੁਹਾਡਾ 8 ਘੰਟੇ ਦੀ ਜੋਬ ਉਰੇ 18 ਘੰਟੇ 20 ਘੰਟੇ ਜੋਬ ਹੈਗੀ ਆ। ਸੈਲਰੀ ਕਿੰਨੀ ਹੈਗੀ ਆ? ਸੈਲਰੀ ਤੁਹਾਨੂੰ 19 ਮਿਲਣੀ। ਤੁਸੀਂ ਇੱਦਾਂ ਨਹੀਂ ਹੈਗਾ ਕਿ ਹਾਂ ਤੁਸੀਂ ਵੱਧ ਘੰਟੇ ਲਗਾ ਰਹੇ ਹੋ
ਅਗਰ ਵੱਧ ਘੰਟੇ ਲਗਾ ਰਹੇ ਹੋ ਕਿ ਤੁਹਾਨੂੰ ਵੱਧ ਪੈਸੇ ਮਿਲਣਗੇ, ਇਦਾਂ ਕੁਝ ਨਹੀਂ ਹੈਗਾ। ਏਜੰਟਾਂ ਯੂਨਟਾਂ ਦੇ ਵਿੱਚ ਨਾ ਉਹ ਚੱਕਰਾਂ ਵਿੱਚ ਉਹਨਾਂ ਤੁਹਾਡੇ ਸਿਰਫ ਪੈਸੇ ਐਡ ਨੇ ਤੁਹਾਡੇ ਕੋਲੋਂ, ਠੀਕ ਹੈ। ਬਸ ਉਹਨਾਂ ਨੂੰ ਸਿਰਫ ਪੈਸੇ ਤੱਕ ਮਤਲਬ ਹੈਗਾ, ਔਰ ਤੁਸੀਂ ਉਹਨਾਂ ਦੇ ਝਾਂਸੇ ਵਿੱਚ ਆ ਜਾਂਦੇ। ਹਾਂ ਏਜੰਟ ਕਹਿੰਦਾ ਜੀ ਇੰਨੇ ਘੰਟੇ ਕੰਮ ਆ, ਚਲੋ ਜੀ ਅਸੀਂ ਚੱਲ ਜਾਂਦੇ। ਫਿਰ ਜਦ ਤੁਸੀਂ ਇੱਥੇ ਆਓਗੇ ਫਿਰ ਤੁਸੀਂ ਪਛਤਾਓਗੇ, ਫਿਰ ਦੇਖੋਗੇ ਇੱਥੇ ਦੀ ਰੀਅਲ ਲਾਈਫ ਕੀ ਹੈ। ਇੰਨੀ ਗਰਮੀ ਵਿੱਚ ਕਈ ਇੱਥੇ ਨਾ ਫਾਰਮ ਵਿੱਚ ਕਈ ਕੰਮ ਕਰਦੇ ਆ, ਧੁੱਪਾਂ ਵਿੱਚ ਕੰਮ ਕਰਦੇ, ਉਹਨਾਂ ਤੁਸੀਂ ਚਿਹਰੇ ਅਗਰ ਦੇਖੋਗੇ ਇੰਨੇ ਕਾਲੇ ਹੋਏ ਪਏ, ਮੁਰਝਾਏ ਹੋਏ ਪਏ, ਸੁੱਕੇ ਪਏ, ਨਾ ਖਾਣ ਨੂੰ ਟਾਈਮ, ਸਾਰੀ ਕੰਮਾਂ ਵਿੱਚ ਕੰਮ ਹਨਾ। ਤੇ ਮਿੱਟੀ ਵਿੱਚ ਕਈ ਫਾਰਮਾਂ ਦੇ ਕੰਮ ਕਰਦੇ, ਜਿਹੜੇ ਇੱਥੇ ਕਈ ਮੱਝਾਂ ਦਾ ਕੰਮ ਕਰਦੇ ਆ, ਬੱਕਰੀਆਂ ਦਾ ਕੰਮ ਕਰਦੇ। ਇੰਨਾ ਔਖਾ ਨਾ ਕਹਿਣਾ ਹੀ ਆਸਾਨ ਹੈਗਾ ਕਿ ਹਾਂ ਉੱਥੇ ਦੀ। ਔਰ ਹਾਂ ਜਿਸ ਹਿਸਾਬ ਨਾਲ ਤੁਹਾਡੇ ਕੋਲ ਕੰਮ ਕਰਾਂ ਉਸ ਹਿਸਾਬ ਨਾਲ ਸੈਲਰੀ ਇੰਨੀ ਘੱਟ ਲੱਗਦੀ ਹੈ ਨਾ। ਫਿਰ ਆਪਾਂ ਸੋਚਦੇ ਕਿ ਯਾਰ ਇੰਨੀ ਕਿ ਸੈਲਰੀ ਸੀ, ਇੰਨੇ ਘੰਟੇ ਕੰਮ ਕਰਦੇ ਆ ਨਾ। ਫਿਰ ਤੁਸੀਂ ਸੋਚੋਗੇ ਯਾਰ ਹੁਣ ਅਸੀਂ ਕੰਮ ਚੇਂਜ ਕਰਨਾ, ਕੰਮ ਚੇਂਜ ਕਿਆ ਕਰੋਗੇ, ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ। ਫਿਰ ਤੁਸੀਂ ਸੋਚੋਗੇ ਤੁਸੀਂ ਇੰਨਾ ਪੈਸਾ ਲਾ ਕੇ ਉਤਾਰਨਾ ਵੀ, ਉੱਪਰ ਤੁਸੀਂ ਇੰਨਾ ਕੰਮ ਡਿਫਿਕਲਟ ਨਹੀਂ ਕਰ ਸਕਦੇ, ਠੀਕ ਆ। ਤੇ ਇਹੀ ਮੇਰੀ ਵੀਡੀਓ ਬਣਾਉਣ ਦਾ ਮਕਸਦ ਸੀਗਾ ਕਿ ਮੈਂ ਤੁਹਾਨੂੰ ਇਸ ਚੀਜ਼ ਉੱਤੇ ਚਾਨਣਾ ਪਾਵਾਂ ਕਿ ਅਗਰ ਤੁਸੀਂ ਵਰਕ ਪਰਮਿਟ ਦੇ ਸੋਚ ਰਹੇ ਹੋ ਕਿ ਸਿਰਫ ਫਾਰਮ ਦੇ ਕੰਮਾਂ ਵਿੱਚ ਆ ਜਾਏ, ਇਦਾਂ ਦੇ ਕੰਮਾਂ ਵਿੱਚ ਆ ਜਾਏ, ਠੀਕ ਆ। ਅਗਰ ਤੁਸੀਂ ਹਾਂ ਰੈਸਟੋਰੈਂਟ ਕੰਮ ਵਿੱਚ ਆਉਣਾ ਹੈਗਾ ਬਟ ਫਾਰਮ ਦੇ ਕੰਮਾਂ ਵਿੱਚ ਨਾ ਆਓ ਤਾਂ ਭੁੱਲ ਕੇ ਮੈਂ ਤੁਹਾਨੂੰ ਇਹੀ ਵਾਰ-ਵਾਰ ਕਹਿੰਦੀ, ਤੁਸੀਂ ਫਾਰਮ ਦੇ ਕੰਮ ਵਿੱਚ ਕਦੇ ਵੀ ਨਾ ਆਓ। ਅਗਰ ਤੁਸੀਂ ਜਿਹੜਾ ਵੀ ਹੁੰਦਾ ਮੇਰੀ ਵੀਡੀਓ ਦੇਖ ਰਹੇ, ਇੰਨਾ ਰੀਅਲੀ ਡਿਫਿਕਲਟ ਹੈਗਾ ਨਾ। ਔਰ ਇੰਡੀਆ ਤੋਂ ਅਗਰ ਤੁਹਾਨੂੰ ਕੋਈ ਕੰਟਰੀ ਤੋਂ ਤੁਸੀਂ ਅਗਰ ਲਾਈਕ ਪਾਕਿਸਤਾਨ ਤੋਂ ਆ ਰਹੇ ਹੋ, ਇੰਡੀਆ ਤੋਂ ਆ ਰਹੇ ਹੋ, ਠੀਕ ਹੈ। ਅਗਰ ਤੁਹਾਡਾ ਕੋਈ ਏਜੰਟ ਤੁਹਾਨੂੰ ਕਹਿੰਦਾ ਨਾ ਤਾਂ 8 ਘੰਟੇ ਕੰਮ ਹੋਏਗਾ, ਬਸ 8 ਘੰਟੇ ਜੋਬ ਹੈਗੀ ਹੈ, ਤਾਂ ਇਹ ਭੁੱਲ ਜਾਓ, ਇਹ ਗਲਤ ਗੱਲ ਆ। ਇਹ ਝੂਠ ਕਹਿੰਦੇ ਕਿ ਤੁਹਾਨੂੰ 8 ਘੰਟੇ ਕੰਮ ਹੋਏਗਾ, ਠੀਕ ਹੈ। ਮੈਂ ਤੁਹਾਨੂੰ ਦੱਸਦਾ ਇੱਥੇ ਸੱਚਾਈ ਕਿੰਨੇ ਘੰਟੇ ਕੰਮ ਕਰਨਾ ਪੈਂਦਾ, ਠੀਕ ਹੈ। ਤੇ ਅਗਰ ਤੁਹਾਨੂੰ ਨਹੀਂ ਬਲੀਵ ਹੈਗਾ, ਜਿਹੜੇ ਇੱਥੇ ਸਾਈਪਰਸ ਜਿਹੜੇ ਇਹ ਕੰਮਾਂ ਵਿੱਚ ਫੀਲਡ ਵਿੱਚ ਕੰਮ ਕਰਦੇ, ਤੁਸੀਂ ਉਹਨਾਂ ਤੋਂ ਨੌਲੇਜ ਲੈ ਸਕਦੇ ਹੋ, ਉਹਨਾਂ ਤੋਂ ਪੁੱਛ ਸਕਦੇ ਹੋ ਕਿ ਤੁਸੀਂ ਖੁਦ ਕਿੰਨੇ ਘੰਟੇ ਇੱਥੇ ਕੰਮ ਕਰਦੇ ਹੋ, ਠੀਕ ਹੈ। ਬਾਕੀ ਜੋ ਮੇਰਾ ਐਕਸਪੀਰੀਅੰਸ ਸੀ ਉਹ ਮੈਂ ਤੁਹਾਨੂੰ ਸ਼ੇਅਰ ਕਰਤਾ। ਬਾਕੀ ਤੁਹਾਡੀ ਮਰਜ਼ੀ ਹੈ। ਫਿਰ ਅਗਰ ਸੋਚ ਰਹੇ ਕਿ ਵਰਕ ਪਰਮਿਟ 'ਤੇ ਆਉਣਾ, ਤੁਸੀਂ ਵਰਕ ਪਰਮਿਟ 'ਤੇ ਆਓ, ਵੈਲਕਮ। ਬਟ ਮੇਰਾ ਜੋ ਵੀਡੀਓ ਬਣਾਉਣ ਦਾ ਮਕਸਦ ਸੀਗਾ ਉਹ ਮੈਂ ਤੁਹਾਨੂੰ ਸਾਰੀਆਂ ਗੱਲਾਂ ਡਿਟੇਲ ਵਿੱਚ ਦੱਸਦੀ ਹਾਂ। ਬਾਕੀ ਤੁਹਾਡੇ 'ਤੇ ਡਿਪੈਂਡ ਹੈਗਾ, ਤੁਸੀਂ ਵਰਕ ਪਰਮਿਟ ਚੂਜ਼ ਕਰ ਰਹੇ ਹੋ, ਸਟੱਡੀ ਬੇਸ ਚੂਜ਼ ਕਰਦੇ ਹੋ। ਮੇਰਾ ਸੁਜੈਸਟ ਇਹੀ ਹੈ ਕਿ ਅਗਰ ਤੁਸੀਂ ਆਉਣਾ, ਤੁਸੀਂ ਸਟੱਡੀ ਬੇਸ 'ਤੇ ਆਓ, ਵਰਕ ਪਰਮਿਟ 'ਤੇ ਨਾ ਆਓ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਹੇਗਾ ਤੁਹਾਡੇ ਲਈ, ਠੀਕ ਹੈ। ਕੱਲ੍ਹ ਤੁਸੀਂ ਮੂਵ ਹੋਣਾ, ਤੁਸੀਂ ਮੂਵ ਹੋ ਸਕਦੇ, ਟੂਰਿਸਟ ਵੀਜ਼ਾ ਕਦੇ ਵੀ ਲਗਾ ਸਕਦੇ ਹੋ। ਤੁਸੀਂ ਤੁਹਾਨੂੰ ਆਪਣੇ ਮਾਲਕ ਦੀਆਂ ਮਿਹਨਤਾਂ ਨਹੀਂ ਕਰਨੀਆਂ ਪੈਣੀਆਂ ਹੈਗੀਆਂ, ਠੀਕ ਆ। ਇਦਾਂ ਨਹੀਂ ਹੈਗਾ ਤੁਸੀਂ ਆਪਣੀ ਮਰਜ਼ੀ ਨਾਲ ਵੀਜ਼ਾ ਲਗਵਾ ਦੋਗੇ ਅਗਰ ਤੁਸੀਂ ਕਿਸੇ ਵੀ ਕੰਟਰੀ 'ਤੇ ਲਗਾਉਣਾ, ਇਹ ਤਾਂ ਭੁੱਲ ਜਾਓ। ਤੁਸੀਂ ਇਹ ਵੀਜ਼ਾ ਇਦਾਂ ਟੂਰਿਸਟ ਅਪਲਾਈ ਨਹੀਂ ਕਰਕੇ ਦੇਖ ਸਕਦੇ ਹੈਗੇ, ਠੀਕ ਹੈ। ਸਟੂਡੈਂਟ ਹੋ ਗਏ, ਜਦ ਮਰਜ਼ੀ ਤੁਸੀਂ ਵੀਜ਼ਾ ਅਪਲਾਈ ਕਰੋ, ਰਿਫਿਊਜ਼ ਹੋ ਗਿਆ ਫਿਰ ਅਪਲਾਈ ਕਰੋ, ਫਿਰ ਅਪਲਾਈ ਕਰੋ, ਠੀਕ ਹੈ। ਤੁਸੀਂ ਜਿੰਨੀ ਮਰਜ਼ੀ ਵਾਰ ਅਪਲਾਈ ਕਰ ਸਕਦੇ ਹੋ, ਕੋਈ ਉਹ ਨਹੀਂ ਹੈਗਾ। ਜਦ ਮਰਜ਼ੀ ਇੰਡੀਆ ਜਾਓ, ਆਪਣੀ ਕੰਟਰੀ ਜਾਓ, ਕੰਮ ਜਿੱਥੇ ਮਰਜ਼ੀ ਕਰੋ, ਜਿੰਨੇ ਮਰਜ਼ੀ ਘੰਟੇ ਕੰਮ ਕਰੋ, ਡਬਲ ਸ਼ਿਫਟ ਕਰੋ, ਮੋਰਨਿੰਗ ਸ਼ਿਫਟ ਕਰੋ, ਠੀਕ ਹੈ। ਕੋਈ ਲੈਣਾ ਦੇਣਾ ਨਹੀਂ। ਬਸ ਜਿਹੜੀ ਤੁਹਾਨੂੰ ਹੁੰਦਾ ਕਿ ਕਾਲਜ ਦੀ ਫੀਸ ਆ, ਕਾਲਜ ਦੀ ਫੀਸ ਨਿਕਲ ਜਾਂਦੀ, ਇੰਨੀ ਡਿਫਿਕਲਟ ਨਹੀਂ ਹੁੰਦੀ ਕਿ ਆਪਾਂ ਤੋਂ ਕਾਲਜ ਦੀ ਫੀਸ ਨਹੀਂ ਨਿਕਲਦੀ। ਸਾਲ ਵਿੱਚ ਦੇਣੀ ਹੁੰਦੀ ਆ, ਉਹ ਤੁਸੀਂ ਇੰਸਟਾਲਮੈਂਟ ਬਣਾ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਨਹੀਂ ਕੈਸ਼ ਦੇਣਾ ਹੈਗਾ, ਹੌਲੀ ਹੌਲੀ ਹਰੇਕ ਮਹੀਨੇ ਤੁਸੀਂ ਪੇ ਕਰ ਸਕਦੇ ਹੋ, ਠੀਕ ਹੈ। ਬਾਕੀ ਥੋੜਾ ਡਿਫਿਕਲਟ ਇਦਾਂ ਕਿ ਸਟੂਡੈਂਟ ਜਦੋਂ ਆਉਂਦੇ ਆ ਕਿ ਉਸੇ ਟਾਈਮ ਨਹੀਂ ਜੋਬ ਮਿਲਦੀ, ਥੋੜਾ ਸਟਰਗਲ ਹੈਗਾ ਬਟ ਐਵਰੀਬਾਡੀ ਹੈਂਡਲ ਕਰ ਲੈਂਦਾ। ਇੰਨਾ ਵੀ ਉਹ ਨਹੀਂ ਹੈਗਾ ਕਿ ਤੁਹਾਨੂੰ ਇੱਥੇ 4 ਆਵਰ ਜੋਬ ਹੀ ਨਹੀਂ ਮਿਲੇਗੀ, ਤੁਸੀਂ ਆ ਕੇ ਇੱਥੇ ਕਿਆ ਕਰੋਗੇ, ਐਡੀ ਵੀ ਗੱਲ ਨਹੀਂ ਹੈਗੀ। ਜੋਬ ਹਰ ਇੱਕ ਨੂੰ ਮਿਲ ਜਾਂਦੀ ਹੈ। ਬਟ ਕਿਸੇ ਵੀ ਕੰਟਰੀ ਅਗਰ ਆਪਾਂ ਜਾਂਦੇ, ਆਪਾਂ ਆਪਣੀ ਕੰਟਰੀ ਛੱਡ ਕੇ ਜਾਂਦੇ, ਉੱਥੇ ਦੇ ਆਪਾਂ ਨੂੰ ਕਲਚਰ, ਮਾਹੌਲ ਸਭ ਕੁਝ ਆਪਣੇ ਲਈ ਡਿਫਰੈਂਟ ਹੁੰਦਾ ਨਾ। ਥੋੜਾ ਜਿਹਾ ਉੱਥੇ ਦੇ ਹੈਂਡਲ ਹੋਣ ਨੂੰ, ਮਤਲਬ ਕਿ ਆਪਾਂ ਨੂੰ ਐਡਜਸਟ ਕਰਨ ਵਿੱਚ ਥੋੜਾ ਟਾਈਮ ਤਾਂ ਲੱਗਦਾ ਹੈ ਨਾ। ਤੇ ਇੱਥੇ ਦਾ ਮਾਹੌਲ ਕਿਵੇਂ, ਆਪਾਂ ਨੂੰ ਜੋਬ ਮਿਲਦੀ ਹੈ, ਸਭ ਕੁਝ ਕਿੱਥੇ ਰੈਸਟੋਰੈਂਟ ਵਗੈਰਾ ਹੈ, ਤੁਹਾਨੂੰ ਜੇ ਸਾਰੀ ਚੀਜ਼ ਨੌਲੇਜ ਹੋ ਜਾਂਦੀ ਹੈ ਨਾ, ਤਾਂ ਆਪਣੇ ਆਪ ਇੱਥੇ ਦਾ ਮਾਹੌਲ ਸਭ ਕੁਝ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਂ। ਫਿਰ ਬੰਦਾ ਉੱਥੇ ਜਾ ਕੇ ਆਪਣੇ ਰਿਜ਼ਿਊਮ ਦੇ ਆਉਂਦਾ, ਸਭ ਕੁਝ ਹੈ ਨਾ। ਤੇ ਐਡੀ ਵੀ ਡਿਫਿਕਲਟ ਨਹੀਂ ਹੈ, ਜੋਬ ਮਿਲ ਜਾਂਦੀ ਹੈ, ਪਰ ਥੋੜਾ ਸਟਰਗਲ ਹੈ। ਬਟ ਤੁਹਾਨੂੰ ਇੰਨਾ ਕੁ ਤਾਂ ਕਰਨਾ ਪੈਣਾ ਹੈਗਾ। ਬਾਕੀ ਇਹ ਨਾ ਸੋਚੋ ਕਿ ਵਰਕ ਪਰਮਿਟ ਹੈਗਾ ਚਲੋ ਜੀ ਜਾਂਦੇ ਸਾਨੂੰ ਕੰਮ ਮਿਲ ਜਾਣਾ, ਅਸੀਂ ਕੰਮ ਕਰਨਾ, ਅਗਲੇ ਮਹੀਨੇ ਤੋਂ ਸਾਡੇ ਜਾਂਦੇ ਸਾਰੇ ਸੈਲਰੀ ਸਟਾਰਟ ਹੋ ਜਾਂਦੀ ਹੈ। ਇਹ ਵੀਡੀਓ ਸਿਰਫ ਉਹਨਾਂ ਬॉयਜ਼ ਲਈ ਹੈ ਜਿਹੜੇ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਆ। ਬਾਕੀ ਅਪ ਟੂ ਔਨ ਯੂ। ਥੈਂਕ ਯੂ।